Welcome back to all my viewers on my YouTube channel. I'm Surendra Kumar. Today I am discuss about to the pain course chapter Making of Earth. This chapter is written by the Pandit Jawaharlal Nehru. This chapter is taking from to the letter which is written by the Pandit Jawaharlal Nehru to her daughter, which is studied in Mysore, and all important question answers and explanations are discussed in this video, so you all viewers watch this video till end. Now without wasting your time, we are starting from this session. The Making of Earth, Pandit Jawaharlal Nehru, 1859 and 1964. The prolific writers भी ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਹ ਇੱਕ ਬਹੁਤ ਵਧੀਆ ਰਾਈਟਰਸ ਨੇ। ਉਹਨਾਂ ਨੇ ਕਈ ਓਰੀਜਨਲ ਥਾਟਸ ਨੇ, ਕਈ ਥਾਟਸ ਦੇ ਵਿੱਚ ਜਿਹੜੀਆਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਬੁੱਕਸ ਲਿਖੀਆਂ ਅਤੇ ਉਹਨਾਂ ਦੀ ਕਈ ਫੇਮਸ ਬੁੱਕਸ ਸੀਗੀਆਂ ਜਿਵੇਂ ਗਲਿਪਸਿਸ ਆਫ ਦੀ ਵਰਲਡ ਹਿਸਟਰੀ ਐਂਡ ਡਿਸਕਵਰੀ ਆਫ ਇੰਡੀਆ। ਅਤੇ ਇਹਨਾਂ ਦੇ ਸਮਾਲ ਪੀਸਿਸ ਜਿਹੜੇ ਨੇ ਉਹਨਾਂ ਨੇ ਆਪਣੀ ਲੈਟਰ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਆਪਣੀ ਡਾਟਰ ਨੂੰ ਲਿਖਿਆ, ਜਿਹਦੇ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ ਪੂਰੇ ਚੈਪਟਰ ਨੂੰ। ਉਹਨਾਂ ਨੇ ਆਪਣੀ ਡਾਟਰ ਨੂੰ ਲਿਖਿਆ ਅਤੇ ਉਹ ਡਾਟਰ ਕੌਣ ਸੀਗੇ? ਇੰਦਰਾ ਗਾਂਧੀ ਜੀ, ਜਿਨ੍ਹਾਂ ਨੂੰ ਸਮਰ 28 ਨੂੰ ਲਿਖਿਆ ਸੀ, 1928 ਨੂੰ, ਜਿਹੜੇ ਕਿ ਮੈਸੂਰ ਦੇ ਵਿੱਚ ਪੜ੍ਹ ਰਹੇ ਸੀਗੇ। ਇਹ ਲੈਟਰ 30 ਲੈਟਰ ਕੰਟੇਨ ਕੀਤੇ ਗਏ ਸੀ, ਜਿਹਦੇ ਵਿੱਚ ਇਨੀਸ਼ੀਅਲ ਫੈਕਟਸ ਦੱਸੇ ਗਏ ਵੀ ਕਿਸ ਤਰੀਕੇ ਨਾਲ ਜਿਹੜਾ ਮੈਨ ਆ ਉਹਦੀ ਬਿਗਨਿੰਗ ਹੋਈ, ਜਾਂ ਜਿਹੜੀ ਅਰਥ ਉਹ ਕਿਸ ਤਰੀਕੇ ਨਾਲ ਬਣੀ। ਗ੍ਰੇਟਰ ਏਜ ਦੱਸੀ ਹੋਈ ਆ ਰਾਮਾਇਣਾ ਅਤੇ ਮਹਾਭਾਰਤ ਦੀ। ਅਤੇ ਇਸ ਲੈਟਰ ਦੇ ਵਿੱਚ ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੇ ਡਿਫਾਈਨ ਕੀਤਾ ਵੀ ਹਾਊ ਟੂ ਦੀ ਸੋਲਰ ਸਿਸਟਮ will be created and how our earth is belong to in this solar system। ਇਹ ਚੀਜ਼ਾਂ ਸਾਰੀਆਂ ਉਹਨਾਂ ਨੇ ਐਕਸਪਲੇਨ ਕੀਤੀਆਂ। ਉਹਨਾਂ ਨੇ ਡਿਫਰੈਂਸ਼ੀਏਟ between to the plants planet and stars। he later talked to the breaking away from to the earth from to the sun। ਕਹਿੰਦੇ ਫਿਰ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਜਿਹੜੀ ਧਰਤੀ ਆ ਉਹ ਸੂਰਜ ਤੋਂ ਟੁੱਟੀ ਦੇ ਅਲੱਗ ਇੱਕ ਰਾਸਤਾ ਬਣਿਆ। ਮੂਨ ਕਿਸ ਤਰੀਕੇ ਨਾਲ ਧਰਤੀ ਦਾ ਜਿਹੜਾ ਵਾ ਸੈਟਲਾਈਟ ਬਣਿਆ। ਹੌਲੀ ਹੌਲੀ ਧਰਤੀ ਕਿਵੇਂ ਠੰਡੀ ਹੋਈ ਅਤੇ ਸੂਰਜ ਅਤੇ ਹੋਰ ਜਿਹੜੇ ਪਲੈਨਟਸ ਨੇ ਉਹ ਕਿਸ ਤਰੀਕੇ ਨਾਲ ਬਣੇ। ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਇਸ ਲੈਟਰ ਦੇ ਵਿੱਚ ਐਕਸਪਲੇਨ ਕੀਤਾ, ਜਿਹੜਾ ਕਿ ਅੱਜ ਅਸੀਂ ਇਹ ਚੈਪਟਰ ਪੜ੍ਹਾਂਗੇ। ਵੀ ਸਟਾਰਟ। ਹਾਊ ਨੋ ਦੈਟ ਦੀ ਅਰਥ ਗੋਜ਼ ਫਾਊਂਡ ਟੂ ਅਰਾਊਂਡ ਟੂ ਦੀ ਸਨ ਐਂਡ ਦੀ ਮੂਨ ਗੋਜ਼ ਅਰਾਊਂਡ ਟੂ ਦੀ ਅਰਥ। ਕਹਿੰਦੇ ਸਭ ਤੋਂ ਵੱਡੀ ਚੀਜ਼ ਇਹ ਆ, ਉਹਨਾਂ ਨੇ ਇਹ ਗੱਲਾਂ ਦੱਸੀਆਂ ਵੀ ਜਿਹੜੀ ਅਰਥ ਆ, ਸਭ ਤੋਂ ਵੱਡੀ ਪਹਿਲੀ ਗੱਲ ਤਾਂ ਸਾਡੇ ਮਾਈਂਡ ਦੇ ਵਿੱਚ ਇਹ ਹੁੰਦੀ ਆ, ਅਸੀਂ ਸੋਚਦੇ ਹਾਂ ਵੀ ਜਿਹੜਾ ਸਨ ਆ ਉਹ ਕਿਉਂ, ਸੂਰਜ ਜਿਹੜਾ ਵਾ ਉਹ ਇੱਕ ਜਗ੍ਹਾ ਕਿਉਂ ਸਟੇ ਕਰਿਆ ਹੋਇਆ, ਅਤੇ ਜਿਹੜੀ ਅਰਥ ਆ ਉਹਦੇ ਆਲੇ ਦੁਆਲੇ ਕਿਉਂ ਘੁੰਮ ਰਹੀ ਆ, ਅਤੇ ਈਵਨ ਅਰਥ ਦੇ ਆਲੇ ਦੁਆਲੇ ਚੰਦਰਮਾ ਜਾਂ ਤੁਸੀਂ ਕਹਿ ਦਿਓ ਮੂਨ ਆ ਉਹ ਕਿਉਂ ਰਾਊਂਡ ਲਗਾ ਰਿਹਾ ਵਾ। ਨੈਕਸਟ ਹੈਗਾ ਬਈ ਜੇਕਰ ਅਸੀਂ ਪਰਹੈਪਸ ਕਰੀਏ ਵੀ ਇਹਦੇ ਵਿੱਚ ਸੈਵਰਲ ਬੋਡੀਜ਼ ਨੇ ਜਿਹੜੀਆਂ ਕਿ ਸੋਲਰ ਸਿਸਟਮ ਦੇ ਵਿੱਚ ਨੇ, ਜਿਹਦੇ ਵਿੱਚ ਅਰਥ ਵੀ ਉਹਦਾ ਇੱਕ ਪਾਰਟ ਆ ਜਿਹੜੀ ਕਿ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ। ਉਹ ਤੋਂ ਇਲਾਵਾ ਵੀ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਹਦੇ ਆਲੇ ਦੁਆਲੇ ਘੁੰਮ ਰਹੀਆਂ ਨੇ, ਜਿਹਦੇ ਬਾਰੇ ਉਹ ਦੱਸਦੇ ਆ। ਅਤੇ ਉਹ ਕਹਿੰਦੇ ਆ ਵੀ ਜਿਹੜੇ ਇਹ ਚੀਜ਼ਾਂ ਆਲੇ ਦੁਆਲੇ ਉਹਦੇ ਘੁੰਮ ਰਹੀਆਂ ਨੇ, ਉਹਦੇ ਵਿੱਚ ਇੱਕ ਜਿਹੜੀ ਅਰਥ ਆ ਉਹਨੂੰ ਵੀ ਇਨਕਲੂਡ ਕੀਤਾ ਗਿਆ ਵਾ ਪਲੈਨਟ ਆਫ ਸਨ, ਵੀ ਉਹਨੂੰ ਸਨ ਦਾ ਪਲੈਨਟ ਕਿਹਾ ਗਿਆ ਵਾ, ਵੀ ਜਿਹੜਾ ਸਨ ਆ ਉਹਨਾਂ ਦਾ ਪਲੈਨਟ ਆ। ਅਤੇ ਜਿਹੜਾ ਮੂਨ ਆ ਉਹ ਕੀ ਆ, ਇਸ ਕਾਲ ਟੂ ਦੀ ਸੈਟਲਾਈਟ ਆਫ ਅਰਥ, ਉਹਨੂੰ ਜਿਹੜਾ ਧਰਤੀ ਦਾ ਸੈਟਲਾਈਟ ਜਾਂ ਉਪਗ੍ਰਹਿ ਕਿਹਾ ਗਿਆ, ਬਿਕੋਜ਼ ਇਟ ਇਜ਼ ਹੈਂਗ ਔਨ ਇਟ, ਕਿਉਂਕਿ ਉਹ ਧਰਤੀ ਦੇ ਆਲੇ ਦੁਆਲੇ ਘੁੰਮ ਹੀ ਰਿਹਾ ਵਾ ਜਾਂ ਉਹਦੇ ਨਾਲ ਬੰਨਿਆ ਹੋਇਆ ਵਾ। ਦੀ ਅਦਰ ਪਲੈਨਟਸ ਹੈਵ ਟੂ ਦੀ ਗੋਟ ਦੇਅਰ ਸੈਟਲਾਈਟਸ, ਵੀ ਹਰੇਕ ਪਲੈਨਟ ਦਾ ਆਪਣੇ ਆਪਣੇ ਸੈਟਲਾਈਟਸ ਨੇ। ਸਨ ਐਂਡ ਦੀਆਂ ਪਲੈਨਟਸ ਵਿਦ ਦੇਅਰ ਸੈਟਲਾਈਟਸ ਫॉर्म ਆ ਹੈਪੀ ਫੈਮਿਲੀ। ਕਹਿੰਦੇ ਵੀ ਜਿਹੜੇ ਸਨ ਆ ਅਤੇ ਪਲਾਂਟਸ ਨੇ, ਉਹ ਪਲੈਨਟਸ ਨੇ, ਉਹ ਆਪਣੇ ਜਿਹੜੇ ਸੈਟਲਾਈਟਸ ਨੇ ਉਹਨਾਂ ਨੂੰ ਮਿਲਾ ਕੇ ਇੱਕ ਵਧੀਆ ਖੁਸ਼ਹਾਲ ਫੈਮਿਲੀ ਬਣਾਉਂਦੇ ਆ। ਦਿਸ ਇਜ਼ ਕਾਲਡ ਟੂ ਦੀ ਸੋਲਰ ਸਿਸਟਮ, ਉਹਨੂੰ ਅਸੀਂ ਸੋਲਰ ਸਿਸਟਮ ਕਹਿੰਦੇ ਹਾਂ। ਸੋਲਰ ਮੀਨਸ ਬਿਲੋਂਗਸ ਟੂ ਦੀ ਸਨ ਐਂਡ ਦੀ ਸਨ ਬੀਂਗਸ ਟੂ ਦੀ ਫਾਦਰ ਆਫ ਦੀ ਆਲ ਪਲੈਨਟਸ, ਦੀ ਹੋਲ ਗਰੁੱਪ ਇਜ਼ ਕਾਲਡ ਟੂ ਦੀ ਸੋਲਰ ਸਿਸਟਮ। ਕਹਿੰਦੇ ਵੀ ਜਿਹੜਾ ਸੋਲਰ ਆ ਉਹਦਾ ਮਤਲਬ ਕੀ ਆ, ਵੀ ਸੂਰਜ ਨਾਲ ਬਿਲੋਂਗ ਕਰਨ ਵਾਲਾ ਜਾਂ ਸੂਰਜ ਨਾਲ ਸੰਬੰਧ ਰੱਖਣ ਵਾਲਾ। ਸੂਰਜ ਸਾਰੇ ਪਲੈਨਟਸ ਦਾ ਕੀ ਆ, ਫਾਦਰ ਆ, ਅਤੇ ਹੋਲ ਜਿਹੜਾ ਇਹ ਗਰੁੱਪ ਆ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸੋਲਰ ਸਿਸਟਮ ਕਹਿ ਦਿੰਦੇ ਹਾਂ। ਐਟ ਨਾਈਟ you see that there are thousands of the stars in the sky, only a few these are to the planets and these are to the really not a star at all। ਕਹਿੰਦੇ ਵੀ ਅਸੀਂ ਰਾਤ ਨੂੰ ਜਦੋਂ ਕੀ ਹੋ ਜਾਂਦੀ ਆ, ਹਨੇਰਾ ਹੋ ਜਾਂਦਾ ਵਾ ਅਤੇ ਰਾਤ ਹੋ ਜਾਂਦੀ ਆ, ਅਸੀਂ ਸਕਾਈ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਤਾਰੇ ਹੁੰਦੇ ਆ, ਉਹਨਾਂ ਵਿੱਚੋਂ ਥੋੜ੍ਹੇ ਜਿਹੇ ਹੀ ਕੀ ਹੁੰਦੇ ਆ, ਪਲੈਨਟਸ ਹੁੰਦੇ ਆ, ਜਿਹੜੇ ਕਿ ਰੀਅਲੀ ਸਟਾਰ ਨਹੀਂ ਹੁੰਦੇ। ਜਿਵੇਂ ਆ ਦਿਖਾਇਆ ਗਿਆ ਵਾ ਸੋਲਰ ਸਿਸਟਮ ਦਾ ਪਾਰਟਸ ਵੀ ਕਿਸ ਤਰੀਕੇ ਨਾਲ ਮਰਕਰੀ, ਫਿਰ ਉਸ ਤੋਂ ਬਾਅਦ ਜਿਹੜੇ ਅਲੱਗ-ਅਲੱਗ ਪਲੈਨਟਸ ਨੇ ਉਹ ਜੁੜੇ ਹੋਏ ਨੇ, ਅਤੇ ਕਿਸ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤਾਂ ਦੱਸਿਆ ਗਿਆ ਵਾ ਆਲ ਦੀਜ਼ ਇਨਕਲੂਡਿੰਗ ਆਵਰ ਅਰਥ ਦੀ ਕਾਲਡ ਦੀ ਪਲੈਨਟਸ ਆਫ ਦੀ ਸਨ। ਅਸੀਂ ਕਿਹਾ ਵੀ ਧਰਤੀ ਨੂੰ ਮਿਲਾ ਕੇ ਅਤੇ ਹੋਰ ਜਿਹੜੇ ਪਲੈਨਟਸ ਨੇ ਉਹਨਾਂ ਨੂੰ ਜੋੜ ਕੇ ਅਸੀਂ ਉਹਨੂੰ ਕੀ ਕਿਹਾ ਗਿਆ ਵਾ, ਸੋਲਰ ਸਿਸਟਮ ਦਾ ਇੱਕ ਪਾਰਟ ਕਿਹਾ ਗਿਆ ਵਾ।
can you distinguish between two the planets and the star? The planets are the real quietly tiny like the our earth compared the to the stars, but they look bigger to the sky because they were to the much nearer to the us. ਕਹਿੰਦੇ ਕਿਸ ਤਰੀਕੇ ਨਾਲ ਅਸੀਂ ਜਿਹੜੀ ਧਰਤੀ ਆ ਅਤੇ ਹੋਰ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ। ਕਹਿੰਦੇ ਰੀਅਲੀ ਜਿਹੜੇ ਪਲੈਨਟਸ ਹੁੰਦੇ ਆ ਉਹ ਕਾਫੀ ਟਿਨੀ ਹੁੰਦੇ ਆ, ਲਾਈਕ ਜਿਵੇਂ ਥੋੜ੍ਹੇ ਦੇਖਣ ਦੇ ਵਿੱਚ ਸਾਨੂੰ ਛੋਟੇ ਲੱਗਣਗੇ, ਅਤੇ ਐਜ਼ ਕੰਪੇਅਰ ਜਿਹੜੇ ਸਟਾਰਸ ਨੇ ਉਹ ਜ਼ਿਆਦਾ ਵੱਡੇ ਹੁੰਦੇ ਆ ਸਕਾਈ ਦੇ ਵਿੱਚ, ਕਿਉਂਕਿ ਉਹ ਕੀ ਨੇ ਧਰਤੀ ਦੇ ਕਾਫੀ ਜ਼ਿਆਦਾ ਨੀਅਰ ਨੇ। ਜਸਟ ਐਜ਼ ਏ ਮੂਨ ਵਿਚ ਇਜ਼ ਦੀ ਰਿਐਲਿਟੀ ਇਜ਼ ਕੁਆਇਟ ਅ ਬੇਬੀ ਲਾਈਕ ਅ ਬਿਗ ਬਿਕੋਜ਼ ਇਟ ਇਜ਼ ਕੁਆਇਟ ਨੀਅਰ ਟੂ ਅਸ। ਕਹਿੰਦੇ ਵੀ ਜਿਹੜਾ ਮੂਨ ਆ ਉਹ ਸਾਡੀ ਧਰਤੀ ਦਾ ਇੱਕ ਛੋਟਾ ਜਿਹਾ ਬੇਬੀ ਆ, ਪਰ ਉਹ ਫਿਰ ਵੀ ਉਹ ਸਾਨੂੰ ਬਹੁਤ ਵੱਡਾ ਦਿਖਦਾ ਵਾ। ਕਿਉਂ? ਕਿਉਂਕਿ ਉਹ ਰੀਅਲ ਕੀ ਨੇ ਉਹ ਸਾਡੇ ਬਹੁਤ ਜ਼ਿਆਦਾ ਨੀਅਰ ਆ। ਬਟ ਦੀ ਰੀਅਲ ਵੇ ਆਫ ਟੂ ਦੀ ਡਿਸਟਿੰਗੁਇਸ਼ ਦੀ ਸਟਾਰ ਫਰੋਮ ਟੂ ਦੀ ਪਲੈਨਟ ਇਜ਼ ਦੀ ਇਫ ਦੀ ਟਵਿੰਕਲ ਔਰ ਨਾਟ। ਵੀ ਜੇਕਰ ਤੁਸੀਂ ਚਾਹੁੰਦੇ ਹੋ ਵੀ ਅਸੀਂ ਇੱਕ ਗ੍ਰਹਿ ਅਤੇ ਇੱਕ ਤਾਰਿਆਂ ਦੇ ਵਿੱਚ ਡਿਫਰੈਂਸ ਕਰਨਾ ਵਾ, ਤਾਂ ਉਹਦਾ ਸਭ ਤੋਂ ਵਧੀਆ ਚੀਜ਼ ਹੁੰਦਾ ਉਹਦਾ ਚਮਕਣਾ, ਜੇਕਰ ਉਹ ਚਮਕਦੇ ਆ ਕਿ ਨਹੀਂ ਚਮਕਦੇ। The stars twink, the planets do not. That is because the planet only shine because they got to the light of our suns। ਕਹਿੰਦੇ ਵੀ ਜਿਹੜੇ ਸਟਾਰਸ ਨੇ ਉਹ ਕੀ ਨੇ, ਉਹ ਟਵਿੰਕ ਕਰਦੇ ਆ, ਚਮਕਦੇ ਨੇ, ਬਟ ਜਿਹੜਾ ਪਲੈਨਟਸ ਆ ਟਿਮਟਮਾਉਂਦੇ ਨੇ, ਪਰ ਜਿਹੜਾ ਸਾਡੇ ਪਲੈਨਟਸ ਨੇ ਉਹ ਨਹੀਂ ਕਰਦੇ। ਕਿਉਂ? ਕਿਉਂਕਿ ਉਹ ਸਿਰਫ ਸ਼ਾਈਨ ਕਰਦੇ ਆ, ਉਹ ਲਾਈਟ ਨੂੰ ਰਿਫਲੈਕਟ ਕਰਦੇ ਆ ਜਿਹੜੇ ਕਿ ਸਨ ਤੋਂ ਆਉਂਦੀ ਆ। ਇਟ ਇਜ਼ ਓਨਲੀ ਟੂ ਦੀ ਸਨਸ਼ਾਈਨ on the planets or the moon that we see the real stars are like our suns। ਕਹਿੰਦੇ ਵੀ ਜਿਹੜੇ ਇਸ ਕਰਕੇ ਹੀ ਸਾਨੂੰ ਜਿਹੜੇ ਪਲੈਨਟਸ ਨੇ ਜਾਂ ਮੂਨ ਆ ਉਹ ਸਾਨੂੰ ਦਿਖਦਾ ਵਾ, ਬਟ ਜਿਹੜੇ ਰੀਅਲ ਸਟਾਰਸ ਨੇ ਉਹ ਸਨ ਦੀ ਤਰ੍ਹਾਂ ਹੁੰਦੇ ਆ। ਦੇ ਸ਼ਾਈਨ ਦੇਅਰ ਦੈਮਸੈਲਫ ਬਿਕੋਜ਼ ਦੇ ਵਰ ਵੈਰੀ ਹੌਟ ਐਂਡ ਬਰਨਿੰਗ। ਕਹਿੰਦੇ ਜਿਹੜੇ ਉਹ ਸਟਾਰਸ ਨੇ ਉਹ ਤਾਂ ਸ਼ਾਈਨ ਕਰਦੇ ਆ ਕਿਉਂਕਿ ਉਹ ਬਹੁਤ ਜ਼ਿਆਦਾ ਗਰਮ ਨੇ, ਅਤੇ ਦੂਜਾ ਕੀ ਆ ਉਹਨਾਂ ਵਿੱਚ ਅੱਗ ਜਲਦੀ ਰਹਿੰਦੀ ਆ। ਇਨ ਦੀ ਰਿਐਲਿਟੀ ਆਵਰ ਸਨ ਇਟ ਸੈਲਫ ਇਜ਼ ਅ ਸਟਾਰ, only it looks bigger as it is nearer and we see as to the great ball of to the fire। ਕਹਿੰਦੇ ਵੀ ਜਿਹੜਾ ਸੂਰਜ ਆ ਉਹ ਸਾਨੂੰ ਤਾਂ ਵੱਡਾ ਦਿਖਦਾ ਵਾ ਕਿਉਂਕਿ ਉਹ ਸਾਡੇ ਥੋੜ੍ਹਾ ਜਿਹਾ ਨੀਅਰ ਵੀ ਆ, ਅਤੇ ਦੂਜਾ ਕੀ ਆ ਉਹ ਜਲਦੀ ਅੱਗ ਦਾ ਇੱਕ ਗੋਲਾ ਹੈ। ਆ ਦਿਖਾਇਆ ਗਿਆ ਵਾ ਸੋਲਰ ਸਿਸਟਮ, ਜਿਹਦੇ ਵਿੱਚ ਉਹਦੀ ਹੈਪੀ ਇੱਕ ਫੈਮਿਲੀ ਬਣਦੀ ਹੈ ਜਿਹਨੂੰ ਅਸੀਂ ਸੋਲਰ ਸਿਸਟਮ ਕਹਿ ਦਿੰਦੇ ਹਾਂ। ਨੈਕਸਟ ਹੈ ਸੋ ਦੈਟ ਆਵਰ ਅਰਥ ਬਿਲੋਂਗਸ ਟੂ ਦੀ ਫੈਮਿਲੀ of the sun, the solar system, we think the earth is a big or big compared as to the teeny selves। ਵੀ ਜਿਹੜੀ ਧਰਤੀ ਆ ਉਹ ਕੀ ਆ ਇਸ ਫੈਮਿਲੀ ਦੇ ਬਿਲੋਂਗ ਕਰਦੀ ਹੈ, ਜਿਹੜੇ ਕਿ ਸਾਨੂੰ ਬਿਲੋਂਗ ਕਰਦੀ ਹੈ, ਜਿਹੜੀ ਕਿ ਸੋਲਰ ਸਿਸਟਮ ਆ। ਅਰਥ ਜਿਹੜੀ ਆ ਉਹ ਥੋੜ੍ਹੀ ਸਾਨੂੰ ਜ਼ਿਆਦਾ ਬਿਗਰ ਲੱਗਦੀ ਹੈ ਜਿਹੜੇ ਕਿ ਦੂਜੀਆਂ ਚੀਜ਼ਾਂ ਨੇ। ਇਟ ਟੇਕਸ ਟੂ ਦੀ ਵੀਕਸ ਐਂਡ ਮੰਥ ਟੂ ਗੋ ਫਰੋਮ ਟੂ ਦੀ ਵਨ ਪਾਰਟ ਆਫ ਇਟ ਤੇ ਅਨਦਰ ਈਵਨ ਦੀ ਫਾਸਟ ਟ੍ਰੇਨ ਔਰ ਸਟ੍ਰੀਮਸ। ਕਹਿੰਦੇ ਵੀ ਉਹਨੂੰ ਕਾਫੀ ਦਿਨ ਅਤੇ ਕਾਫੀ ਮਹੀਨੇ ਲੱਗ ਗਏ ਉਹਨੂੰ ਇਸ ਪਾਰਟ ਦੇ ਵਿੱਚ ਜਾਣ ਦੇ ਲਈ, ਬਟ ਆਲ ਥਰੂ ਇਟ ਸੀਮਸ ਸੋ ਬਿਗ ਟੂ ਅਸ ਇਟ ਜਸਟ ਲਾਈਕ ਅ ਸਪਾਰਕ ਔਰ ਡਸਟ ਹੈਂਗਿੰਗ ਇਨ ਦੀ ਏਅਰ। ਦੀ ਸਨਸ ਦੀ millions of miles away and the other stars even further away। ਕਹਿੰਦੇ ਵੀ ਜਿਹੜਾ ਧਰਤੀ ਆ ਉਹ ਕੀ ਆ ਕਾਫੀ ਜ਼ਿਆਦਾ ਫਾਸਟ ਟ੍ਰੇਨ ਸੀਗੀ ਅਤੇ ਉਹ ਵੀ ਕਾਫੀ ਵੱਡੀ ਸੀ, ਬਟ ਜਦੋਂ ਉਹ ਕੀ ਆ ਹਵਾ ਦੇ ਵਿੱਚ ਕੀ ਹੋਈ ਜਾਂ ਡਸਟ ਦੇ ਵਿੱਚ ਕੀ ਹੋਈ ਉਹ ਉਵੇਂ ਹੀ ਹੈਂਗ ਹੋ ਗਈ ਜਾਂ ਉਹਦੇ ਵਿੱਚ ਲਟਕਣ ਲੱਗ ਗਈ। ਅਤੇ ਜਿਹੜਾ ਸਨ ਆ ਉਹ ਕੀ ਆ ਸਭ ਤੋਂ ਕਈ ਮਿਲੀਅਨਸ ਮਾਈਲਸ ਕਾਫੀ ਦੂਰ ਆ, ਅਤੇ ਸਟਾਰ ਸਭ ਤੋਂ ਉਹ ਤੋਂ ਵੀ ਜ਼ਿਆਦਾ ਦੂਰ ਨੇ। ਦੀ ਐਸਟਰੋਨੌਟਸ those pupils who studies the stars tell the long ago the earth and the all planets were the part of sun। ਕਹਿੰਦੇ ਵੀ ਜਿਹੜੇ ਐਸਟਰੋਨੌਟ ਨੇ ਉਹਨਾਂ ਨੇ ਸਟੱਡੀ ਕੀਤੀ ਸਟਾਰਸ ਦੀ, ਉਹਨਾਂ ਨੂੰ ਪਤਾ ਲੱਗਿਆ ਵੀ ਕਈ ਸਾਲ ਪਹਿਲਾਂ ਵੀ ਜਿਹੜਾ ਪਲੈਨਟ ਸੀਗੇ ਉਹ ਵੀ ਕੀ ਸੀਗੇ ਸਨ ਦਾ ਹੀ ਪਾਰਟ ਸੀਗੇ। the sun was then as it is now the mass of to the flaming matters and travel hot। ਕਹਿੰਦੇ ਵੀ ਜਿਹੜੇ ਪਲੈਨਟ ਸੀਗੇ ਉਹ ਵੀ ਸਨ ਦੀ ਤਰ੍ਹਾਂ ਬਹੁਤ ਜ਼ਿਆਦਾ ਗਰਮ ਹੋਇਆ ਕਰਦੇ ਸੀਗੇ। somehow the little bits of to the suns get to the loose and they shot out into the air। ਪਰ ਉਹਦੇ ਵਿੱਚ ਥੋੜ੍ਹਾ ਜਿਹਾ ਹਿੱਸਾ ਜਿਹੜਾ ਹੋਇਆ ਉਹ ਤੋਂ ਥੋੜ੍ਹਾ ਜਿਹਾ ਅਲੱਗ ਹੋਇਆ ਅਤੇ ਉਹਦੇ ਵਿੱਚ ਇੱਕ ਸ਼ਾਟ ਹੋਇਆ ਅਤੇ ਉਹ ਹਵਾ ਦੇ ਵਿੱਚ ਤੈਰ ਗਿਆ। but they could not to be wholly to get rid of to their father the sun। ਪਰ ਉਹ ਫਿਰ ਵੀ ਉਹ ਤੋਂ ਜ਼ਿਆਦਾ ਵੱਡਾ ਹਿੱਸਾ ਉਹ ਤੋਂ ਦੂਰ ਨਾ ਹੋ ਸਕਿਆ ਆਪਣੇ ਫਾਦਰ ਤੋਂ ਜਿਹੜੇ ਉਹ ਨੇ ਸਨ ਆ। ਇਟ ਇਜ਼ ਦੀ if a rope was tied to them
ਐਂਡ ਦੇ ਕੈਪਟ ਦੀਆਂ ਵਿਰਲਿੰਗਸ ਅਰਾਊਂਡ ਦੀਆਂ ਸਨ। ਕਹਿੰਦੇ ਵੀ ਉਹ ਇੱਕ ਤਰ੍ਹਾਂ ਦੀ ਰੱਸੀ ਸੀ ਜਿਹਨੇ ਕਿ ਸੂਰਜ ਦੇ ਆਲੇ ਦੁਆਲੇ ਇੱਕ ਪਾ ਦਿੱਤੀ, ਜਿਹਦੇ ਬਾਹਰ ਉਹ ਕੋਈ ਵੀ ਪਲੈਨਟ ਜਾ ਨਾ ਸਕਿਆ। ਦਿਸ ਇਜ਼ ਸਟ੍ਰੇਂਜ ਫੋਰਸ which I have compared to a rope and there something which attract to their little things to be a great। ਕਹਿੰਦੇ ਉਹ ਕੀ ਇੱਕ ਛੋਟੀ ਜਿਹੀ ਇੱਕ ਮੈਂ ਰੋਪ ਦੇ ਨਾਲ ਕੰਪੇਅਰ ਕੀਤਾ ਜਾਂ ਰੱਸੀ ਨਾਲ ਕੰਪੇਅਰ ਕੀਤਾ, ਕਿਉਂਕਿ ਉਹਦੇ ਵਿੱਚ ਛੋਟੀ ਬਹੁਤੀ ਜਿਹੜੀ ਅਟਰੈਕਸ਼ਨ ਸੀ ਉਹ ਬਹੁਤ ਮਹਾਨ ਆ। It is the force which makes the things fell by their weights, the earth beings to the biggest things near us to the attract everything we have। ਕਹਿੰਦੇ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਵੇਟ ਦੇ ਕਰਕੇ ਉਹ ਥੱਲੇ ਨਹੀਂ ਡਿੱਗ ਸਕੀਆਂ, ਇੱਕ ਫੋਰਸ ਦੇ ਕਰਕੇ। ਕਹਿੰਦੇ ਇਸੇ ਕਰਕੇ ਜਿਹੜਾ ਧਰਤੀ ਹੈ, ਜਿਹੜਾ ਉਹਦੇ ਕੋਲ ਕੋਈ ਵੀ ਚੀਜ਼ ਆਉਂਦੀ ਆ ਤਾਂ ਉਹਨੂੰ ਅਟਰੈਕਟ ਕਰਦੀ ਆ ਆਪਣੇ ਵੱਲ ਨੂੰ। ਤਾਂ ਦਿਖਾਏ ਗਏ ਨੇ ਰਾਤ ਵਾਲੇ ਸਟਾਰਸ ਜਿਹੜੇ ਕੀ ਹੁੰਦੇ ਬਹੁਤ ਸਾਰੇ ਨੇ, ਅਤੇ ਜਿਹੜੇ ਜਿਹੜੇ ਪਲੈਨਟਸ ਨੇ ਉਹ ਕੀ ਹੁੰਦੇ ਆ, ਰੀਅਲੀ ਸਟਾਰ ਨਹੀਂ ਹੁੰਦੇ, ਜਿਹਦੇ ਬਾਰੇ ਅਸੀਂ ਪੜ੍ਹਿਆ ਵਾ। In their way, our Earth also shot out from the sun. It must have been very hot, and with their travels, hot gases and their air all around it. But as it was very much smaller than to the sun, it started to the cool। ਕਹਿੰਦੇ ਜਿਹੜਾ ਇਹ ਵੇ ਸੀਗਾ, ਜਿਹੜਾ ਧਰਤੀ ਸੀਗੀ, ਜਿਹੜਾ ਉਹ ਸਨ ਤੋਂ ਬਾਹਰ ਨਿਕਲੀ, ਕਹਿੰਦੇ ਉਹ ਕਾਫੀ ਜ਼ਿਆਦਾ ਗਰਮ ਸੀ ਅਤੇ ਇਹਦੇ ਵਿੱਚ ਕਈ ਗੈਸਾਂ ਵੀ ਸੀਗੀਆਂ ਅਤੇ ਏਅਰ ਦੇ ਵਿੱਚ ਬਹੁਤ ਜ਼ਿਆਦਾ ਅਰਾਊਂਡਸ ਹੋਈ। ਇਹ ਛੋਟਾ ਜਿਹਾ ਇੱਕ ਜਿਹੜਾ ਸੂਰਜ ਸੀ ਉਹਦੇ ਵਿੱਚੋਂ ਨਿਕਲੀ ਹੋਈ ਸੀਗੀ ਅਤੇ ਹੌਲੀ ਹੌਲੀ ਕੀ ਹੋਈ, ਠੰਡੀ ਹੋਣ ਲੱਗੀ। ਦੀ ਸਨ ਆਲਸੋ ਟੂ ਦੀ ਗੈਟਿੰਗ ਲੈਸ ਹੌਟ, ਬਟ ਇਟ ਕੁਡ ਬੀ ਅ ਮਿਲੀਅਨ ਆਫ ਈਅਰਸ ਟੂ ਦੀ ਕੂਲ ਡਾਊਨ। The earth took much lesser time to cool. When it was the hot, of course, nothing could be alive on it. No man or no animal, no plants or trees। ਕਹਿੰਦੇ ਜਿਹੜਾ ਸੂਰਜ ਆ ਉਹ ਵੀ ਕੀ ਆ, ਕਈ ਮਿਲੀਅਨ ਸਾਲ ਤੱਕ ਉਹ ਠੰਡਾ ਹੋਣ ਨੂੰ ਕਾਫੀ ਟਾਈਮ ਲੱਗੂਗਾ, ਕਿਉਂਕਿ ਉਹ ਜ਼ਿਆਦਾ ਗਰਮ ਆ। ਅਤੇ ਬਟ ਜਿਹੜੀ ਧਰਤੀ ਸੀ ਉਦੋਂ ਘੱਟ ਟਾਈਮ ਦੇ ਵਿੱਚ ਠੰਡੀ ਹੋ ਗਈ। ਅਤੇ ਪਹਿਲਾਂ ਜਦੋਂ ਇਹ ਜ਼ਿਆਦਾ ਗਰਮ ਹੁੰਦੀ ਸੀ, ਇੱਥੇ ਕੋਈ ਵੀ ਚੀਜ਼ ਨਹੀਂ ਹੋ ਸਕਦੀ, ਜਿਵੇਂ ਕਿ ਬੰਦੇ ਵੀ ਨਹੀਂ ਹੋ ਸਕਦੇ, ਐਨੀਮਲਸ ਵੀ ਨਹੀਂ ਹੋ ਸਕਦੇ, ਪਲਾਂਟਸ, ਟਰੀ, ਕੁਛ ਵੀ ਨਹੀਂ ਹੋ ਸਕਦਾ ਸੀ ਇੱਥੇ। ਐਵਰੀਥਿੰਗ ਵੁੱਡ ਹੈਵ ਟੂ ਬੀ ਆ ਬਰਨਡ ਅਪ ਦੈਨ। ਵੀ ਜੇਕਰ ਉੱਥੇ ਕੁਛ ਹੁੰਦਾ ਤਾਂ ਉਹ ਸਾਰਿਆਂ ਨੂੰ ਅੱਗ ਲੱਗ ਜਾਣੀ ਸੀ। just as to the bit of the sun shot out and became the earth, so also bit of the earth shot out and became the moon। ਕਹਿੰਦੇ ਜਿਸ ਤਰੀਕੇ ਨਾਲ ਸੂਰਜ ਦੇ ਵਿੱਚੋਂ ਇੱਕ ਸ਼ਾਟ ਜਿਹਾ ਹੋਇਆ ਤਾਂ ਕੀ ਹੋਈ, ਸਾਡੀ ਧਰਤੀ ਕ੍ਰੀਏਟ ਹੋ ਗਈ। ਤਾਂ ਉਸੇ ਤਰੀਕੇ ਨਾਲ ਧਰਤੀ ਦੇ ਵਿੱਚ ਵੀ ਇੱਕ ਸ਼ਾਟ ਕ੍ਰੀਏਟ ਹੋਇਆ, ਤਾਂ ਉਹਦੇ ਨਾਲ ਕੀ ਬਣ ਗਿਆ, ਸਾਡਾ ਚੰਦਰਮਾ ਬਣ ਗਿਆ। ਮੈਨੀ ਪੀਪਲਸ ਥਿੰਕਸ ਦੈਟ ਦੀ ਮੂਨ ਕੇਮ ਆਊਟ ਟੂ ਦੀ ਗ੍ਰੇਟ ਹੋਲੋ ਵਿਚ ਇਜ਼ ਨਾਓ ਦੀ ਪੈਰੀਫਿਕ ਓਸ਼ਨ ਬਿਟਵੀਨ ਟੂ ਦੀ ਅਮੈਰੀਕਾ ਐਂਡ ਜਾਪਾਨ। ਕਹਿੰਦੇ ਵੀ ਕਈ ਲੋਕ ਇਹ ਵੀ ਮੰਨਦੇ ਆ ਜਿਹੜਾ ਮੂਨ ਆ ਉਹ ਇੱਕ ਛੋਟਾ ਜਿਹਾ ਗ੍ਰੇਟ ਹੋਲ ਜਿਹੜਾ ਬਣਿਆ ਹੋਇਆ, ਉਹ ਕੀ ਆ, ਪੈਰੀਫਿਕ ਓਸ਼ਨ ਜਿਹੜਾ ਵਾ, ਜਿਹੜਾ ਕਿ ਅਮੈਰੀਕਾ ਅਤੇ ਜਾਪਾਨ ਆ, ਉਹਦੇ ਵਿੱਚੋਂ ਹਿੱਸਾ ਇੱਕ ਟੁੱਟ ਕੇ ਜਿਹੜਾ ਵਾ ਉਹ ਮੂਨ ਦੇ ਉੱਤੇ ਚਲਾ ਗਿਆ। ਦਿਖਾਇਆ ਗਿਆ ਵਾ ਵੀ ਪਲਾਂਟਸ ਜਿਹੜੇ ਪਲੈਨਟਸ ਨੇ ਅਤੇ ਉਹ ਕੀ ਹੁੰਦੇ ਆ, ਐਸ ਕੰਪੇਅਰ ਉਦੋਂ ਘੱਟ ਸ਼ਾਈਨ ਕਰਦੇ ਆ, ਅਤੇ ਸਕਾਈ ਦੇ ਵਿੱਚ ਉਹ ਕੀ ਹੁੰਦੇ ਆ, ਨੀਅਰਰ ਲੱਗਦੇ ਆ ਅਤੇ ਵੱਡੇ ਦਿਖਦੇ ਆ ਸਾਨੂੰ। ਉਹ ਚੀਜ਼ ਦਿਖਾਈ ਗਿਆ। ਰੀਅਲ ਵੇ ਕਿਵੇਂ ਅਸੀਂ ਉਹਨੂੰ ਡਿਸਟਿੰਗੁਇਸ਼ ਕਿਵੇਂ ਕਰ ਸਕਦੇ ਹਾਂ ਉਹਦੇ ਟਿਮਟਮਾਉਣ ਤੋਂ, ਵੀ ਜੇਕਰ ਉਹ ਟਿਮਟਮਾਉਂਦਾ ਵਾ ਤਾਂ ਉਹ ਸਟਾਰ ਹੋਊਗਾ, ਅਤੇ ਜੇਕਰ ਟਿਮਟਮਾਉਂਦਾ ਨਹੀਂ ਹੈਗਾ ਤਾਂ ਉਹ ਕੀ ਹੋਊਗਾ, ਪਲੈਨਟ ਹੋਊਗਾ। ਸੋ ਦੀ ਅਰਥ ਦੀ ਸਟਾਰਟਡ ਟੂ ਕੂਲ, ਇਟ ਟੁੱਕ ਦੀ ਲੌਂਗ ਟਾਈਮ over it gradually the surface of the earth became to the cooler all through to the interiors remained very hot। ਕਹਿੰਦੇ ਵੀ ਜਿਹੜੀ ਧਰਤੀ ਆ ਉਹ ਕੀ ਆ, ਹੌਲੀ ਹੌਲੀ ਠੰਡੀ ਹੋਣੀ ਸ਼ੁਰੂ ਹੋਈ, ਇਹਨੂੰ ਕਾਫੀ ਟਾਈਮ ਲੱਗ ਗਿਆ ਉਹਨੂੰ ਠੰਡੇ ਹੋਣ ਦੇ ਵਿੱਚ। ਅਤੇ ਹੁਣ ਕੀ ਆ, ਉਹ ਜਿਹੜਾ ਧਰਤੀ ਦਾ ਸਰਫੇਸ ਆ ਉਹ ਹੌਲੀ ਹੌਲੀ ਠੰਡਾ ਹੋਇਆ, ਬਟ ਹਲੇ ਵੀ ਜਿਹੜਾ ਉਹਦਾ ਇਨਰ ਪਾਰਟ ਆ ਉਹ ਹਲੇ ਵੀ ਬਹੁਤ ਗਰਮ ਆ, ਜਿਹਨੂੰ ਅਸੀਂ ਲਾਵਾ ਕਹਿੰਦੇ ਹਾਂ। ਵੈਨ even now if you go down to the coal mine it becomes hotter and hotter as you go down। probably if you could go down to the deep enough inside the earth you would be a find it's a red hot। ਕਹਿੰਦੇ ਜਦੋਂ ਤੁਸੀਂ ਕੀ ਆ, ਕਿਸੇ ਇੱਕ ਕੋਲੇ ਦੀ ਖਦਾਨ ਦੇ ਵਿੱਚ ਜਾਂਦੇ ਹੋ, ਜੇਕਰ ਤੁਸੀਂ ਉਹਦੇ ਅੰਦਰ ਜਾਂਦੇ ਹੋ ਤਾਂ ਉਹ ਹੋਰ ਜ਼ਿਆਦਾ ਗਰਮ ਹੋਈ ਜਾਂਦੀ ਹੈ। ਇਸੇ ਤਰੀਕੇ ਨਾਲ ਜੇਕਰ ਤੁਸੀਂ ਧਰਤੀ ਦੇ ਅੰਦਰ ਨੂੰ ਜਾਂਦੇ ਹੋ ਤਾਂ ਤੁਹਾਨੂੰ ਇੱਕ ਰੈੱਡ ਹੌਟ ਦੀ ਚੀਜ਼ਾਂ ਮਿਲਣਗੀਆਂ, ਜਿਹਨੂੰ ਅਸੀਂ ਲਾਵਾ ਕਹਿੰਦੇ ਹਾਂ। ਦੀ ਮੂਨ also started to cool and because it was to the much smaller than even the earth it cooled very more quickly than to the earth। ਕਹਿੰਦੇ ਵੀ ਜਿਹੜਾ ਸੂਰਜ ਸੀਗਾ ਜਾਂ ਤੁਸੀਂ ਕਹਿ ਦਿਓ ਚੰਦ ਸੀਗਾ, ਉਹ ਬਹੁਤ ਜਲਦੀ ਠੰਡਾ ਹੋਇਆ। ਉਹਦਾ ਰੀਜ਼ਨ ਕੀ ਸੀ, ਉਹ ਧਰਤੀ ਤੋਂ ਬਹੁਤ ਜ਼ਿਆਦਾ ਛੋਟਾ ਵਾ, ਤਾਂ ਕਰਕੇ ਉਹ ਜਲਦੀ ਠੰਡਾ ਹੋ ਗਿਆ। ਇਟ ਲੁਕਸ ਡਿਲਾਈਟਫੁਲ ਕੂਲ ਡਜ਼ ਇਟ ਨਾਟ, it is called to the cold moon, perhaps it is the full of to the glaciers and ice field। ਕਹਿੰਦੇ ਵੀ ਜਿਹੜਾ ਚੰਦਰਮਾ ਸੀਗਾ ਉਹ ਲੁੱਕ ਦੇਖਣ ਦੇ ਵਿੱਚ ਉਹ ਕਾਫੀ ਜ਼ਿਆਦਾ ਕੂਲ ਲੱਗਦੀ ਹੈ, ਠੰਡੀ ਲੱਗਦੀ ਹੈ, ਤਾਂ ਹੀ ਇਹਨੂੰ ਕੀ ਕਿਹਾ ਜਾਂਦਾ, ਠੰਡਾ ਚੰਦ ਵੀ ਕਿਹਾ ਜਾਂਦਾ। ਇੱਥੇ ਬਹੁਤ ਸਾਰੇ ਗਲੇਸ਼ੀਅਰਸ ਅਤੇ ਆਈਸ ਫੀਲਡ ਮਿਲਦੀਆਂ ਨੇ।
when the earth cooled, all to the water vapors in the air consol- consolidates into the water and probably came down as a rain। ਕਹਿੰਦੇ ਵੀ ਜਿਹੜਾ ਧਰਤੀ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਠੰਡਾ ਹੋਣ ਦੇ ਨਾਲ ਕੀ ਹੋਇਆ, ਜਿਹੜੇ ਪਾਣੀ ਸੀਗਾ ਉਹ ਸਾਰਾ ਵੈਪੋਰੇਟ ਹੋਇਆ ਅਤੇ ਉਸ ਤੋਂ ਬਾਅਦ ਜਦੋਂ ਠੰਡੇ ਹੋ ਗਏ ਤਾਂ ਉਹ ਪਾਣੀ ਦੇ ਰੂਪ ਦੇ ਵਿੱਚ ਮੀਂਹ ਦੇ ਰੂਪ ਦੇ ਵਿੱਚ ਉਹ ਥੱਲੇ ਫੇਰ ਆ ਗਿਆ। it must have to be a train it must have to be a train to the tremulous lot of them all the this water filled into the great hollows of the earth and so the great oceans and seas were found। ਵੀ ਜਿਹੜਾ ਇਹ ਮੀਂਹ ਦਾ ਪਾਣੀ ਸੀਗਾ ਬਹੁਤ ਜ਼ਿਆਦਾ ਰੇਨ ਹੋਈ ਤਾਂ ਕਰਕੇ ਜਿਹੜਾ ਉੱਥੇ ਹੋਲ ਬਣੇ ਹੋਏ ਸੀ ਵੱਡੇ ਵੱਡੇ ਉਹਨਾਂ ਦੇ ਵਿੱਚ ਕੀ ਉਹ ਪਾਣੀ ਭਰ ਗਿਆ ਅਤੇ ਉਹ ਕੀ ਆ ਗ੍ਰੇਟ ਓਸ਼ਨ ਅਤੇ ਨਦੀਆਂ ਜਿਹੜੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ। as the earth becomes to the cooler and the ocean also becomes to the cooler it becomes possible to leave things existing onto the earth surface or in the sea। ਕਹਿੰਦੇ ਤਾਂ ਕਰਕੇ ਜਿਹੜੀ ਧਰਤੀ ਉਹ ਬਹੁਤ ਜ਼ਿਆਦਾ ਠੰਡੀ ਹੋਈ ਅਤੇ ਓਸ਼ਨ ਜਿਹੜੇ ਹੋਏ ਉਹ ਵੀ ਠੰਡੇ ਹੋਏ ਅਤੇ ਇਸ ਕਰਕੇ ਜਿਹੜੀ ਲਾਈਫ ਆ ਉੱਥੇ ਐਗਜ਼ਿਸਟੈਂਸ ਕਰ ਸਕੀ ਸਾਡੀ ਧਰਤੀ ਦੇ ਸਰਫੇਸ ਦੇ ਉੱਤੇ। ਪੰਡਿਤ ਜਵਾਹਰ ਲਾਲ ਨਹਿਰੂ ਜੀ ਇਹ ਲਿਖੇ ਸੀਗੇ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਅਸੀਂ ਸਟਾਰਸ ਦੇ ਵਿੱਚੋਂ ਨਿਕਲੇ ਅਤੇ ਸਟਾਰਸ ਤੋਂ ਬਾਅਦ ਕਿਸ ਤਰੀਕੇ ਨਾਲ ਇੱਕ ਰੋਪ ਦੀ ਤਰੀਕੇ ਨਾਲ ਅਸੀਂ ਬੰਨੇ ਹੋਏ ਹਾਂ ਜਿਹੜੇ ਕਿ ਕੀ ਆ ਸੂਰਜ ਦੇ ਆਲੇ ਦੁਆਲੇ ਘੁੰਮਦੇ ਆ। ਅਤੇ ਜਿਹੜੇ ਐਸਟਰੋਲॉज ਨੇ ਉਹ ਕਾਫੀ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਪਲੈਨਟਸ ਨੇ ਉਹ ਕੀ ਨੇ ਸਨ ਦਾ ਹੀ ਇੱਕ ਪਾਰਟ ਸੀਗੇ। ਸਨ ਜਿਹੜਾ ਸੀ ਉਹ ਕਾਫੀ ਜ਼ਿਆਦਾ ਗਰਮ ਸੀ ਬਟ ਜਿਹੜੇ ਦੂਸਰੇ ਨੇ ਉਹ ਕਾਫੀ ਜ਼ਿਆਦਾ ਉਹਨਾਂ ਨੂੰ ਅਸੀਂ ਉਹਨੂੰ ਫਾਦਰ ਤਾਂ ਕਿਹਾ ਜਾਂਦਾ ਕਿਉਂਕਿ ਉਹ ਕੀ ਆ ਉਹਨਾਂ ਦੇ ਸੈਂਟਰ ਦੇ ਵਿੱਚ ਆ ਅਤੇ ਉਹਨਾਂ ਨੂੰ ਇੱਕ ਰੂਪ ਦੇ ਵਿੱਚ ਬੰਨ੍ਹ ਕੇ ਰੱਖਿਆ ਹੈ ਤਾਂ ਜੋ ਕਿ ਆਪਣੀ ਰੂਪ ਦੇ ਵਿੱਚੋਂ ਬਾਹਰ ਨਾ ਜਾ ਸਕਣ। ਅਤੇ ਜਿਹੜਾ ਸਨ ਆ ਉਹ ਕਾਫੀ ਜ਼ਿਆਦਾ ਹੌਟ ਆ ਅਤੇ ਉਹਦੇ ਵਿੱਚ ਕਈ ਗੈਸਿਸ ਨੇ ਜਿਹੜੀਆਂ ਪ੍ਰੋਡਿਊਸ ਹੁੰਦੀਆਂ ਰਹਿੰਦੀਆਂ ਨੇ ਉਹਨੂੰ ਠੰਡਾ ਹੋਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗੇਗਾ। ਬਟ ਜਿਹੜੀ ਧਰਤੀ ਸੀ ਉਹ ਬੜੀ ਜਲਦੀ ਠੰਡੀ ਹੋਈ। ਰੀਜ਼ਨ ਕੀ ਸੀ, ਉਹ ਕਾਫੀ ਜ਼ਿਆਦਾ ਛੋਟੀ ਸੀ ਪਰ ਫਿਰ ਵੀ ਉਹ ਵੀ ਗਰਮ ਸੀਗੀ ਤਾਂ ਕਰਕੇ ਇੱਥੇ ਮੈਨ ਐਨੀਮਲਸ ਜਾਂ ਪਲਾਂਟਸ ਟਰੀ ਕੋਈ ਵੀ ਐਗਜ਼ਿਸਟ ਨਹੀਂ ਕਰ ਸਕਦਾ ਸੀ। ਅਤੇ ਇਸ ਕਰਕੇ ਬਟ ਜਿਹੜਾ ਮੂਨ ਸੀਗਾ ਉਹ ਵੀ ਧਰਤੀ ਦੇ ਵਿੱਚੋਂ ਨਿਕਲਿਆ ਅਤੇ ਉਹਦੇ ਵਿੱਚੋਂ ਛੋਟਾ ਜਿਹਾ ਸ਼ਾਰਟ ਹੋਣ ਕਰਕੇ ਨਿਕਲਿਆ। ਜੇਕਰ ਅਸੀਂ ਦੇਖੀਏ ਵੀ ਧਰਤੀ ਦਾ ਜਿਹੜਾ ਇਨਰ ਸਰਫੇਸ ਆ ਉਹ ਹਲੇ ਵੀ ਬਹੁਤ ਜ਼ਿਆਦਾ ਗਰਮ ਆ, ਰੈੱਡ ਕਲਰ ਦਾ ਵਾ ਬਟ ਜਿਹੜਾ ਉੱਪਰਲਾ ਸਰਫੇਸ ਆ ਉਹ ਕੀ ਆ ਕਾਫੀ ਜ਼ਿਆਦਾ ਠੰਡਾ ਹੋ ਚੁੱਕਿਆ ਵਾ। ਉਹ ਰੀਜ਼ਨ ਕੀ ਆ ਕਿਉਂਕਿ ਜਿਹੜਾ ਹਲੇ ਵੀ ਧਰਤੀ ਦਾ ਇਨਰ ਪਾਰਟ ਆ ਉਹ ਗਰਮ ਹੋਏਗਾ ਕਿਉਂਕਿ ਉੱਥੇ ਹਲੇ ਵੀ ਠੰਡਾ ਹੋਣ ਦੇ ਵਿੱਚ ਉਹਨੂੰ ਕਾਫੀ ਟਾਈਮ ਲੱਗਣਾ ਵਾ। ਨੈਕਸਟ ਹੁਣ ਅਸੀਂ ਗੱਲ ਕਰਦੇ ਹਾਂ ਕੁਐਸਚਨ ਆਨਸਰ ਦੀ। ਵਟ ਆਰ ਦੀ ਪਲੈਨਟਸ। ਪਲੈਨਟਸ ਕੀ ਹੁੰਦੇ ਆ? ਦੀ ਬੋਡੀ ਆਫ ਦੈਟ ਗੋਜ਼ ਡਾਊਨ ਟੂ ਦੀ ਸਟਾਰ ਇਜ਼ ਕਾਲਡ ਟੂ ਦੀ ਪਲੈਨਟਸ। ਫॉर example the sun is a star and the earth also around it so thus the earth is a planet of a sun। ਕਹਿੰਦੇ ਵੀ ਜਿਹੜੀ ਬੋਡੀਜ਼ ਕੁਛ ਅਜਿਹੀਆਂ ਬੋਡੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਟਾਰ ਦੇ ਰੂਪ ਦੇ ਵਿੱਚ ਹੈਗੀਆਂ ਨੇ, ਗੋਲ ਗੋਲ ਘੁੰਮ ਰਹੀਆਂ ਨੇ, ਉਹਨੂੰ ਪਲੈਨਟ ਕਿਹਾ ਜਾਂਦਾ। ਜਿਵੇਂ ਫॉर example ਵੀ ਜਿਹੜਾ ਸਨ ਆ ਉਹ ਕੀ ਹੈ ਇੱਕ ਤਰ੍ਹਾਂ ਦਾ ਤਾਰਾ ਵਾ, ਧਰਤੀ ਉਹਦੇ ਆਲੇ ਦੁਆਲੇ ਘੁੰਮਦੀ ਆ ਤਾਂ ਧਰਤੀ ਕੀ ਹੈ ਇੱਕ ਤਰ੍ਹਾਂ ਦਾ ਗ੍ਰਹਿ ਹੈਗੀ ਆ ਕਿਹਦਾ? ਸੂਰਜ ਦੀ। ਡਿਫਾਈਨ ਸੋਲਰ ਸਿਸਟਮ। ਸੋਲਰ ਸਿਸਟਮ ਕੀ ਆ? ਦੀ ਸੋਲਰ ਸਿਸਟਮ ਮੀਨਸ ਦੀ family of sun it includes the sun its planets and satellites of these planets। ਕਹਿੰਦੇ ਵੀ ਜਿਹੜਾ ਸੋਲਰ ਸਿਸਟਮ ਕੀ ਆ ਉਹ ਇੱਕ ਤਰ੍ਹਾਂ ਦੀ ਫੈਮਿਲੀ ਆ ਸੂਰਜ ਦੀ ਜਿਹਦੇ ਵਿੱਚ ਉਹਨੇ ਕਈ ਤਰ੍ਹਾਂ ਦੇ ਪਲੈਨਟਸ ਨੇ ਅਤੇ ਸੈਟੇਲਾਈਟਸ ਨੇ, ਉਪਗ੍ਰਹਿ ਨੇ ਜਿਹੜੇ ਕਿ ਉਸ ਪਲੈਨਟ ਦੇ ਹੈਗੇ ਆ ਅਤੇ ਉਹ ਇੱਕ ਖੁਸ਼ਹਾਲ ਫੈਮਿਲੀ ਬਣਾਉਂਦੇ ਆ ਜਿਹਦਾ ਨਾਮ ਰੱਖਿਆ ਗਿਆ ਵਾ ਸੋਲਰ ਸਿਸਟਮ। ਥਰਡ ਕੁਐਸਚਨ ਆ ਹਾਊ ਕੈਨ ਟੂ ਡਿਸਟਿੰਗੁਇਸ਼ ਬਿਟਵੀਨ ਟੂ ਦੀ ਪਲੈਨਟਸ ਐਂਡ ਸਟਾਰ। ਵੀ ਅਸੀਂ ਗ੍ਰਹਿ ਅਤੇ ਤਾਰਿਆਂ ਦੇ ਵਿੱਚ ਕਿਸ ਤਰੀਕੇ ਨਾਲ ਡਿਫਰੈਂਸ਼ੀਏਟ ਕਰ ਸਕਦੇ ਹਾਂ? ਆਨਸਰ ਹੈ ਦੀ ਸਟਾਰ ਟਵਿੰਕ ਵਾਈਲ ਦੀ ਪਲੈਨਟਸ ਡੂ ਨਾਟ ਦਿਸ ਇਜ਼ ਦੀ ਰੀਅਲ ਵੇ ਟੂ ਡਿਸਟਿੰਗੁਇਸ਼ ਬਿਟਵੀਨ ਟੂ ਦੀ ਪਲੈਨਟਸ ਐਂਡ ਸਟਾਰ। ਕਹਿੰਦੇ ਵੀ ਜਿਹੜੇ ਤਾਰੇ ਹੁੰਦੇ ਆ ਉਹ ਜਗਮਗਾਉਂਦੇ ਨੇ ਜਾਂ ਟਿਮਟਮਾਉਂਦੇ ਨੇ ਪਰ ਜਿਹੜੇ ਗ੍ਰਹਿ ਨੇ ਉਹ ਨਹੀਂ ਟਿਮਟਮਾਉਂਦੇ। ਤਾਂ ਇਹ ਰੀਅਲ ਵੇ ਆ ਵੀ ਤਾਰੇ ਅਤੇ ਗ੍ਰਹਿਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਦਾ। ਨੈਕਸਟ ਕੁਐਸਚਨ ਹੈ ਵਾਈ ਡੂ ਦੀ ਸਟਾਰ ਟਵਿੰਕ। ਵੀ ਜਿਹੜੇ ਤਾਰੇ ਨੇ ਉਹ ਕਿਉਂ ਟਿਮਟਮਾਉਂਦੇ ਨੇ? The stars like a suns, the ball of fire, as there was the rays passing through to the different layer of through the atmosphere. These seems to be a twinkling। ਵੀ ਜਿਹੜੇ ਸਟਾਰਸ ਨੇ ਉਹ ਧਰਤੀ ਦੀ ਤਰ੍ਹਾਂ ਇੱਕ ਤਰ੍ਹਾਂ ਦਾ ਅੱਗ ਦਾ ਗੋਲਾ ਨੇ ਵੀ ਜਿਹੜੀ ਉਹਦੇ ਆਉਣ ਵਾਲੀ ਜਿਹੜੀ ਆ ਲਾਈਟਸ ਆ ਉਹ ਕੀ ਆ ਜਿਹੜੇ ਸਾਡਾ ਵਾਤਾਵਰਨ ਆ ਉਹਦੇ ਕਈ ਪਰਤਾਂ ਦੇ ਵਿੱਚੋਂ ਨਿਕਲਦੀ ਆ ਤਾਂ ਕਰਕੇ ਉਹ ਕੀ ਆ ਟਿਮਟਮਾਉਂਦੇ ਮਹਿਸੂਸ ਹੁੰਦੇ ਆ। ਨੈਕਸਟ ਹੈਗਾ ਵਾ ਹਾਊ ਵਾਜ਼ ਦੀ ਅਰਥ ਫਾਊਂਡ। ਵੀ ਜਿਹੜੀ ਧਰਤੀ ਉਹ ਕਿਵੇਂ ਬਣੀ? The earth shot out to the sun the beginning it was very hot it takes million of years to cool down। ਵੀ ਜਿਹੜੀ ਧਰਤੀ ਆ ਉਹਦੇ ਵਿੱਚ ਇੱਕ ਵੱਡਾ ਸਾਰਾ ਸ਼ਾਟ ਹੋਇਆ ਅਤੇ ਉਹ ਜਿਹੜੀ ਧਰਤੀ ਆ ਉਹ ਸੂਰਜ ਦੇ ਵਿੱਚੋਂ ਨਿਕਲੀ ਅਤੇ ਇਹਨੂੰ ਕਾਫੀ ਜ਼ਿਆਦਾ ਸਮਾਂ ਲੱਗ ਗਿਆ। ਸਟਾਰਟਿੰਗ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਗਰਮ ਸੀ ਅਤੇ ਉਹਨੂੰ ਕਈ ਸਾਲ ਲੱਗ ਗਏ ਠੰਡੇ ਹੁੰਦੇ ਨੂੰ। ਨੈਕਸਟ ਹੈਗਾ ਵਾ ਹਾਊ ਵਰ ਦੀ ਓਸ਼ੀਅਨਸ ਐਂਡ ਸੀਜ਼ ਫਾਊਂਡ। ਵੀ ਜਿਹੜੇ ਸਮੁੰਦਰ ਨੇ ਅਤੇ ਮਹਾਸਾਗਰ ਨੇ ਉਹ ਕਿਸ ਤਰੀਕੇ ਨਾਲ ਬਣੇ? To begin with the earth was very hot when it's cold all the water vapors into the air
consolidates into the water. It comes down as a rain. It rains heavily. All the hollows of the earth were filled. Thus the ocean and seas were found. ਕਹਿੰਦੇ ਵੀ ਜਿਹੜੀ ਧਰਤੀ ਸੀਗੀ ਉਹ ਪਹਿਲਾਂ ਬਹੁਤ ਜ਼ਿਆਦਾ ਗਰਮ ਹੁੰਦੀ ਸੀ, ਅਤੇ ਜਦੋਂ ਇਹ ਠੰਡੀ ਹੋਣ ਲੱਗੀ ਤਾਂ ਵਾਟਰ ਵੈਪਰਸ ਜਿਹੜੇ ਸੀਗੇ ਭਾਫ ਬਣ ਕੇ ਪਾਣੀ ਉੱਪਰ ਉੱਠਣ ਲੱਗਿਆ, ਅਤੇ ਹੌਲੀ ਹੌਲੀ ਇਹ ਜਿਹੜਾ ਪਾਣੀ ਸੀਗਾ ਉਹ ਠੰਡਾ ਹੋਇਆ ਹਵਾ ਦੇ ਕਰਕੇ, ਅਤੇ ਇਹ ਪਾਣੀ ਜਿਹੜਾ ਸੀ ਉਹ ਰੇਨ ਦੇ ਰੂਪ ਦੇ ਵਿੱਚ ਧਰਤੀ ਦੇ ਵਿੱਚ ਥੱਲੇ ਆ, ਬਹੁਤ ਜ਼ਿਆਦਾ ਹੈਵੀ ਰੇਨ ਪਈ, ਤਾਂ ਕਰਕੇ ਜਿਹੜੇ ਧਰਤੀ ਦੇ ਵਿੱਚ ਜਿਹੜੇ ਹੋਲ ਬਣੇ ਹੋਏ ਸੀ ਉਹਨਾਂ ਦੇ ਵਿੱਚ ਉਹ ਪਾਣੀ ਸਮਾ ਗਿਆ, ਅਤੇ ਉੱਥੋਂ ਮਹਾਸਾਗਰ ਅਤੇ ਨਦੀਆਂ ਜਿਹੜੀਆਂ ਬਣ ਕੇ ਉਹ ਤਿਆਰ ਹੋਈਆਂ। ਨੈਕਸਟ ਕੁਐਸਚਨ ਹੈ, ਵਾਈ ਡਜ਼ ਦੀ ਮੂਨ ਲੁੱਕ ਬਿਗਰ ਦੈਨ ਟੂ ਦੀ ਸਟਾਰਸ, ਵੀ ਜਿਹੜਾ ਚੰਦ ਆ ਉਹ ਸਾਨੂੰ ਵੱਡਾ ਕਿਉਂ ਦਿਖਦਾ ਵਾ ਤਾਰਿਆਂ ਨਾਲੋਂ, ਕੀ ਰੀਜ਼ਨ ਆ? ਆਨਸਰ ਹੈ ਦੀ ਮੂਨਸ ਲੁੱਕ ਬਿਗਰ ਦੈਨ ਟੂ ਦੀ ਸਟਾਰ ਬਿਕੋਜ਼ ਇਟ ਇਜ਼ ਕੁਆਇਟ ਨੀਅਰ ਟੂ ਦੀ ਅਰਥ। ਕਹਿੰਦੇ ਮੂਨ ਜਿਹੜਾ ਵਾ ਉਹ ਸਾਨੂੰ ਤਾਂ ਵੱਡਾ ਦਿਖਦਾ ਵਾ ਕਿਉਂਕਿ ਉਹ ਕੀ ਆ ਸਾਡੇ ਕੋਲ ਬਹੁਤ ਜ਼ਿਆਦਾ ਨੇੜੇ ਆ ਧਰਤੀ ਦੇ, ਅਤੇ ਜਿਹੜੇ ਤਾਰੇ ਨੇ ਉਹ ਬਹੁਤ ਜ਼ਿਆਦਾ ਦੂਰ ਨੇ, ਤਾਂ ਕਰਕੇ ਜਿਹੜਾ ਵਾ ਮੂਨ ਜਿਹੜਾ ਵਾ ਉਹ ਸਾਨੂੰ ਜ਼ਿਆਦਾ ਵੱਡਾ ਦਿਖਦਾ ਐਜ਼ ਕੰਪੇਅਰ ਜਿਹੜੇ ਤਾਰਿਆਂ ਦੇ ਨਾਲ। ਨੈਕਸਟ ਹੈ ਸਾਡੇ ਲੌਂਗ ਕੁਐਸਚਨ ਆਨਸਰ। ਫਸਟ ਹੈ ਵਟ ਆਰ ਦੀਆਂ ਪਲੈਨਟਸ, ਡਿਫਾਈਨ ਦੀਆਂ ਸੋਲਰ ਸਿਸਟਮ, ਵੀ ਪਲੈਨਟਸ ਕੀ ਹੁੰਦੇ ਆ ਅਤੇ ਸੋਲਰ ਸਿਸਟਮ ਨੂੰ ਤੁਸੀਂ ਡਿਫਾਈਨ ਕਰਨਾ। ਆਨਸਰ ਹੈ ਦੀਆਂ ਬੋਡੀ ਦੈਟ ਗੋਜ਼ ਅਰਾਊਂਡ ਟੂ ਦੀਆਂ ਸਟਾਰਸ ਇਜ਼ ਕਾਲਡ ਪਲੈਨਟਸ। For example, the sun is the star and the earth goes around it. Thus, the earth is to the planet of the sun. The solar system means the family of sun. It includes the sun, its planets and satellites of these planets. ਵੀ ਜਿਹੜੀ ਇੱਕ ਬੋਡੀ ਹੈ ਜਿਹੜੀ ਕਿ ਕੀ ਆ ਤਾਰਿਆਂ ਦੇ ਆਲੇ ਦੁਆਲੇ ਘੁੰਮਦੀ ਆ ਉਹਨੂੰ ਪਲੈਨਟ ਕਿਹਾ ਜਾਂਦਾ। ਫੋਰ ਐਗਜ਼ਾਮਪਲ ਵੀ ਜਿਹੜਾ ਸੂਰਜ ਆ ਉਹ ਇੱਕ ਤਰ੍ਹਾਂ ਦਾ ਤਾਰਾ ਵਾ, ਅਤੇ ਧਰਤੀ ਕੀ ਆ ਉਹਦੇ ਆਲੇ ਦੁਆਲੇ ਘੁੰਮਦੀ ਆ, ਅਤੇ ਜਿਹੜੀ ਧਰਤੀ ਆ ਉਹ ਕੀ ਆ ਪਲੈਨਟ ਆ ਉਹ ਕਿਹਦਾ ਸੂਰਜ ਦਾ। ਸੋਲਰ ਸਿਸਟਮ ਕੀ ਹੈ ਇੱਕ ਖੁਸ਼ਹਾਲ ਫੈਮਿਲੀ ਆ ਸੂਰਜ ਦੀ ਜਿਹਦੇ ਵਿੱਚ ਪਲੈਨਟਸ ਅਤੇ ਉਹਨਾਂ ਦੇ ਉਪਗ੍ਰਹਿ ਜਿਹੜੇ ਨੇ ਪਲੈਨਟਸ ਦੇ ਉਹ ਇਨਕਲੂਡ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਸੋਲਰ ਸਿਸਟਮ ਕਹਿ ਦਿੰਦੇ ਹਾਂ। ਨੈਕਸਟ ਕੁਐਸਚਨ ਹੈ ਰਾਈਟ ਦੀ ਸ਼ਾਰਟ ਨੋਟ ਔਨ ਦੀ ਮੇਕਿੰਗ ਆਫ ਅਰਥ, ਵੀ ਧਰਤੀ ਦੇ ਬਣਨ ਦੇ ਉੱਤੇ ਤੁਸੀਂ ਛੋਟਾ ਜਿਹਾ ਇੱਕ ਨੋਟ ਲਿਖਣਾ ਵਾ। ਆਨਸਰ ਹੈ ਦੀ ਲੌਂਗ ਐਗੋ ਦੀ ਅਰਥ ਐਂਡ ਦੀ ਅਦਰ ਪਲੈਨਟਸ ਵਰ ਦੀ ਪਾਰਟ ਆਫ ਦੀ ਸਨ ਸਮਹਾਓ ਦੀ ਲਿਟਲ ਬਿਟਸ ਆਫ ਦੀ ਸਨ ਸ਼ਾਟ ਅਵੇ ਫਰੋਮ ਇਟ। ਕਹਿੰਦੇ ਕਾਫੀ ਸਾਲ ਪੁਰਾਣੇ ਲੰਬੇ ਸਾਲਾਂ ਤੋਂ ਬਾਅਦ ਵੀ ਜਿਹੜੇ ਧਰਤੀ ਸੀਗੀ ਉਹ ਪਲੈਨਟ ਜਿਹੜੇ ਨੇ ਉਹ ਸੂਰਜ ਦਾ ਹੀ ਪਾਰਟ ਸੀਗੇ, ਪਰ ਇੱਕ ਛੋਟਾ ਜਿਹਾ ਬਲਾਸਟ ਹੋਣ ਕਰਕੇ ਜਿਹੜੀ ਧਰਤੀ ਤੋਂ ਇਹ ਜਿਹੜੇ ਚੀਜ਼ਾਂ ਨੇ ਉਹ ਅਲੱਗ ਹੋਈਆਂ। ਵਨ ਆਫ ਦੀਜ਼ ਦੀ ਬਿਟਸ ਵਾਜ਼ ਅਵਰ ਅਰਥ, ਕਹਿੰਦੇ ਉਹਨਾਂ ਵਿੱਚੋਂ ਇੱਕ ਜਿਹੜੀ ਛੋਟੀ ਜਿਹੀ ਸ਼ਾਰਟ ਦੇ ਕਰਕੇ ਬਣੀ ਉਹ ਸਾਡੀ ਅਰਥ ਸੀਗੀ। ਟੂ ਬਿਗਿਨ ਵਿਦ ਇਟ ਵਾਜ਼ ਐਜ਼ ਹੌਟ ਐਜ਼ ਦੀ ਸਨ, ਕਹਿੰਦੇ ਉਹ ਬਹੁਤ ਸਟਾਰਟਿੰਗ ਦੇ ਵਿੱਚ ਉਹ ਪਹਿਲਾਂ ਵੀ ਬਹੁਤ ਜ਼ਿਆਦਾ ਗਰਮ ਹੁੰਦੀ ਜਿਵੇਂ ਸੂਰਜ ਸੀਗਾ, ਬਟ ਵੈਰੀ ਸਲੋਲੀ ਇਟ ਸਟਾਰਟਿੰਗ ਟੂ ਕੋਲ ਐਂਡ ਦੈਨ ਇਟ ਦੀ ਲਾਈਫ ਬਿਗਨ ਟੂ ਅਪੀਅਰ ਔਨ ਇਟ। ਕਹਿੰਦੇ ਵੀ ਇਹ ਫਿਰ ਹੌਲੀ ਹੌਲੀ ਠੰਡੀ ਹੋਈ ਅਤੇ ਇਸ ਕਰਕੇ ਇਹਦੇ ਉੱਤੇ ਧਰਤੀ ਦੇ ਉੱਤੇ ਜੀਵਨ ਜਿਹੜਾ ਵਾ ਉਹ ਸੰਭਵ ਹੋ ਸਕਿਆ। ਨੈਕਸਟ ਕੁਐਸਚਨ ਹੈ ਐਂਡ ਲਾਸਟ ਆਫ ਦਿਸ ਸੈਸ਼ਨ ਇਜ਼ ਰਾਈਟ ਦੀ ਫਿਊ ਵਰਡਸ ਆਫ ਟੂ ਦੀ ਹੈਪੀ ਫੈਮਿਲੀ ਆਫ ਦੀ ਸਨ ਦੀ ਹੈਪੀ ਫੈਮਿਲੀ ਦੇ ਉੱਤੇ ਤੁਸੀਂ ਥੋੜ੍ਹੇ ਜਿਹੇ ਵਰਡਸ ਆਪਣੇ ਕੋਲੋਂ ਲਿਖਣੇ ਆ। ਆਨਸਰ ਹੈ ਦੀ ਸਨ ਹੈਜ਼ ਟੂ ਇਟਸ ਪਲੈਨਟਸ ਐਂਡ ਦੀ ਪਲੈਨਟਸ, ਵੀ ਜਿਹੜਾ ਸਨ ਨੇ ਉਹਦੇ ਆਪਣੇ ਵੀ ਪਲੈਨਟਸ ਨੇ ਅਤੇ ਪਲੈਨਟਸ ਦੇ ਵੀ ਅੱਗੇ ਉਹਨਾਂ ਦੇ ਸੈਟਲਾਈਟਸ ਹੈਗੇ ਨੇ, ਹੈਵ ਦੇਅਰ ਸੈਟਲਾਈਟਸ ਉਹਨਾਂ ਦੇ ਉਪਗ੍ਰਹਿ ਨੇ। ਦੀ ਆਲ ਦੀਜ਼ ਫਾਰਮ ਆਫ ਟੂ ਦੀ ਹੈਪੀ ਫੈਮਿਲੀ, ਸਾਰੇ ਇੱਕ ਚੰਗੀ ਖੁਸ਼ਹਾਲ ਫੈਮਿਲੀ ਬਣਾਉਂਦੇ ਆ। ਦੇਅਰ ਆਰ ਕਾਲਡ ਟੂ ਦੀ ਸੋਲਰ ਸਿਸਟਮ, ਉਹਨਾਂ ਨੂੰ ਅਸੀਂ ਸੋਲਰ ਸਿਸਟਮ ਕਹਿੰਦੇ ਹਾਂ। ਸੋਲਰ ਮੀਨਸ ਬਿਲੋਂਗਸ ਟੂ ਦੀ ਸਨ, ਵੀ ਜਿਹੜਾ ਸੂਰਜ ਨਾਲ ਸੰਬੰਧ ਰੱਖਦੇ ਆ। ਦੀ ਸਨ ਇਜ਼ ਦੀ ਫਾਦਰ ਆਫ ਦੀ ਆਲ ਪਲੈਨਟਸ, ਵੀ ਜਿਹੜਾ ਸਨ ਆ ਉਹ ਸਾਰਿਆਂ ਦਾ ਪਿਤਾ ਵਾ। ਦੇਅਰ ਫॉर ਦੀ ਹੋਲ ਗਰੁੱਪ ਇਜ਼ ਕਾਲਡ ਸੋਲਰ ਸਿਸਟਮ, ਤਾਂ ਕਰਕੇ ਪੂਰੇ ਗਰੁੱਪ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਸੋਲਰ ਸਿਸਟਮ ਕਹਿ ਦਿੰਦੇ ਹਾਂ। ਆਈ ਹੋਪ ਤੁਹਾਨੂੰ ਇਹ ਚੈਪਟਰ ਵਧੀਆ ਲੱਗਿਆ ਹੋਊ ਅਤੇ ਤੁਹਾਨੂੰ ਕਈ ਚੀਜ਼ਾਂ ਬਾਰੇ ਪਤਾ ਲੱਗਿਆ ਹੋਊਗਾ ਵੀ ਸੋਲਰ ਸਿਸਟਮ ਕੀ ਹੁੰਦਾ, ਸੋਲਰ ਸਿਸਟਮ ਕਿਵੇਂ ਬਣਿਆ। ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣੀ ਬੇਟੀ ਨੂੰ ਕੀ ਚੀਜ਼ਾਂ ਸਮਝਾਈਆਂ, ਕਿਉਂਕਿ ਉਹਨਾਂ ਵਿੱਚ ਕਾਫੀ ਜ਼ਿਆਦਾ ਕਿਉਰਿਓਸਿਟੀ ਸੀਗੀ ਆਪਣੇ ਸੋਲਰ ਸਿਸਟਮ ਨੂੰ ਸਮਝਣ ਦੇ ਵਿੱਚ, ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਕਾਫੀ ਚੀਜ਼ਾਂ ਐਕਸਪਲੇਨ ਕੀਤੀਆਂ ਅਤੇ 30 ਲੈਟਰਸ ਦੇ ਵਿੱਚ ਇਹ ਚੀਜ਼ਾਂ ਐਕਸਪਲੇਨ ਕੀਤੀਆਂ। ਇੱਕ ਜਿਹੜਾ ਲੈਟਰ ਦਾ ਪਾਰਟ ਆ ਉਹ ਜਿਹੜਾ ਵਾ ਸਾਡੀ ਬੁੱਕ ਦੇ ਵਿੱਚ ਵੀ ਆਇਆ। ਆਈ ਹੋਪ ਤੁਹਾਨੂੰ ਇਹ ਚੈਪਟਰ ਪਸੰਦ ਆਇਆ ਹੋਊ ਅਤੇ ਮੇਰੀ ਐਕਸਪਲੇਨੇਸ਼ਨ ਵੀ ਵਧੀਆ ਲੱਗੀ ਹੋਊ। ਜੇਕਰ ਸਾਰੀਆਂ ਚੀਜ਼ਾਂ ਵਧੀਆ ਲੱਗੀਆਂ ਤਾਂ ਮੇਰੇ ਸੈਸ਼ਨ ਨੂੰ ਜ਼ਰੂਰ ਲਾਈਕ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਜਰੂਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।